ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਨ ਵਿਦ ਮਿਲਿਆ ਗੁਸਾਈ ਮੇਰੇ ਰਾਮ ਰਾਏ। ਕੋਈ ਐਸਾ ਸੰਤ ਸਹਿਜ ਸੁਖ ਦਾਤਾ ਵਹ ਮਾਰਗ ਦੇ ਬਤਾਈ ਰਹਾ। ਅੰਤਰ ਅਲਖ ਨ ਜਾਈ ਲਖਿਆ ਵਿੱਚ ਪੜਦਾ ਹੋਮੇ ਪਾਈ। ਮਾਇਆ ਮੋਹੇ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉਂ ਜਾਈ। ਏਕਾ ਸੰਗਤ ਏਕਤ ਗ੍ਰਹਿ ਵਸਤੇ ਮਿਲ ਬਾਤ ਨ ਕਰਤੇ ਪਾਈ। ਏਕ ਵਸਤ ਬਿਨ ਪੰਚ ਦੁਹੇਲੇ ਉਹ ਵਸਤ ਅਗੋਚਰ ਠਾਈ। ਜਿਸ ਕਾ ਗ੍ਰਹਿ ਤਿਨ ਦਿਆ ਤਾਲਾ ਪੂੰਜੀ ਗੁਰ ਸੋ ਪਾਈ। ਅਨਕ ਅਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਰਣਾਈ। ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਲਿਵ ਲਾਈ। ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਈ। ਮੇਰੇ ਰਾਮ ਰਾਏ ਇਨ ਵਿਦ ਮਿਲਿਆ ਗੁਸਾਈ। ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ ਮਿਲ ਜੋਤੀ ਜੋਤ ਸਮਾਈ। ਮੇਰੇ ਰਾਮ ਰਾਏ ਇਨ ਵਿਦ ਮਿਲਿਆ ਗੁਸਾਈ। ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਬੇਰ ਸਾਹਿਬ ਵੀ ਲੜੀਵਾਰ ਕਥਾ ਜੋ ਗੂੰਡ ਰਾਗ ਵਿੱਚ ਹੈ ਵਿਚਾਰਾਂ ਸਰਵਣ ਕੀਤੀਆਂ ਸਨ। ਹੁਣ ਗੁਰੂ ਮਹਾਰਾਜ ਨੇ ਹੋਰ ਬਖਸ਼ਿਸ਼ ਕੀਤੀ ਹੈ। ਕੀਰਤਨ ਦਾ ਸੁਭਾਗਾ ਸਮਾਂ ਵੀ ਮਿਲਿਆ ਔਰ ਆਰਤੇ ਦਾ ਕੀਰਤਨ ਹੋਇਆ। ਕੋਈ ਸਮੇਂ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਵਿੱਚੋਂ ਵਿਚਾਰ ਸਰਵਣ ਕਰਨ ਦਾ ਆਪ ਸਾਰੀਆਂ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਲਈ ਰਸਨਾ ਦੀ ਪਵਿੱਤਰਤਾ ਵਾਸਤੇ ਗੱਜ ਵੱਜ ਕੇ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ। ਰਾਗ ਗੌੜੀ ਹੈ, ਪੂਰਵੀ ਦੀ ਜਾਤੀ ਹੈ, ਕਿਉਂਕਿ ਇੱਕ ਰਾਗ ਦੀਆਂ ਕਈ ਕਿਸਮਾਂ ਹੈਗੀਆਂ। ਇਹ ਪੂਰਵੀ ਜਾਤੀ ਦੀ ਗੌੜੀ ਹੈ। ਪੰਜਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕਿਰਪਾਲਤਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ ਔਰ ਉਹਨਾਂ ਦਾ ਜਿਹੜਾ ਪ੍ਰਾਚੀਨ ਨਾਮ ਹੈ ਉਹ ਓੰਕਾਰ ਹੈ। ਉਹਦੀ ਪ੍ਰਾਪਤੀ ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਹੁੰਦੀ ਹੈ। ਦੁਨਿਆਵੀ ਵੀ ਕੋਈ ਗੁਣ ਆ ਉਹ ਟੀਚਰ ਜਾਂ ਉਸਤਾਦ ਤੋਂ ਬਿਨਾਂ ਮਿਲਦਾ ਨਹੀਂ। ਕੋਈ ਗੁਣ ਵੀ ਲੈ ਲਓ, ਉਸਤਾਦ ਦੀ ਉੱਥੇ ਵੀ ਲੋੜ ਪੈਂਦੀ ਹੈ। ਅਤੇ ਜਿਹੜਾ ਵਿਵਹਾਰੀ ਰਸਤਾ, ਦੁਨਿਆਵੀ ਰਸਤਾ, ਰਾਜਨੀਤਿਕ ਲੋਕ ਵੀ ਆਪਣਾ ਕੋਈ ਨਾ ਕੋਈ ਉਸਤਾਦ ਮੰਨਦੇ ਆ। ਅਤੇ ਬਲਕਿ ਬੁਰਾਈ ਕਰਨ ਵਾਲੇ ਜਿਹੜੇ ਚੋਰ ਡਾਕੂ ਆ ਇਹ ਵੀ ਉਸਤਾਦ ਮੰਨਦੇ ਆ। ਉਹ ਮੈਨੂੰ ਤਾਂ ਪਤਾ ਵੀ ਇੱਕ ਬਹੁਤ ਵੱਡੇ ਡਾਕੂ ਹੋਏ ਆ ਅਤੇ ਗਿਆਨੀ ਜੀ ਨੇ ਮੈਨੂੰ ਭੇਜਿਆ ਕਿ ਸੰਤ ਹਰਕੋਲਿਆਂ ਦੀ ਸੰਗਤ ਨੇ ਉਹਦਾ ਜੀਵਨ ਪਲਟਿਆ ਅਤੇ ਉਹਨਾਂ ਨੂੰ ਪੁੱਛ ਕੇ ਆਓ ਕਿ ਤੁਹਾਡੇ ਨਾਲ ਕਿਵੇਂ ਮਿਲਾਪ ਹੋਇਆ ਅਤੇ ਕਿਵੇਂ ਜੀਵਨ 'ਚ ਪਰਿਵਰਤਨ ਆਇਆ। ਉੱਥੇ ਮੈਂ ਗਿਆ ਅਤੇ ਇੱਕ ਬੜਾ ਜਵਾਨ ਆਇਆ ਅਤੇ ਉਸ ਨੇ ਬੜੀਆਂ ਮਾਲਾ ਮੂਲਾ ਪਾਈਆਂ, ਬੜਾ ਭੇਸ ਬਣਾਇਆ ਹੋਇਆ। ਉਸ ਨੇ ਉਹਦੀਆਂ 7 ਪਰਿਕਰਮਾ ਕੀਤੀਆਂ। ਬਾਅਦ 'ਚੋਂ ਚਲੇ ਗਿਆ। ਮੈਂ ਪੁੱਛਿਆ ਵੀ ਇਹ ਬੰਦਾ ਕੌਣ ਸੀ?
ਤੇ ਤੇਰੀਆਂ 7 ਪ੍ਰਕਰਮਾਂ ਕੀਤੀਆਂ। ਉਹ ਕਹਿੰਦਾ ਮਹਾਰਾਜ ਜਿਹੜਾ ਸਾਡਾ ਸਮਾਜ ਹੈ ਨਾ, ਇਹਦੇ 'ਚ ਵੀ ਅਸੀਂ ਉਸਤਾਦ ਬਣਾਉਂਦੇ ਹਾਂ। ਇਹ ਕਹਿੰਦੇ ਬੰਦਾ ਇੰਨਾ ਹੁਸ਼ਿਆਰ ਹੈ, ਬਾਰਡਰ ਵੀ ਪਾਰ ਕਰ ਜਾਂਦਾ, ਹਰ ਤਰ੍ਹਾਂ ਦੇ ਭੇਸੇ ਬਣਾ ਲੈਂਦਾ, ਐਡਾ ਇਹ ਅਲਰਟ ਬੰਦਾ, ਤੇ ਮੈਨੂੰ ਇਹ ਆਪਣਾ ਗੁਰੂ ਮੰਨਦਾ। ਤੇ ਤਾਂ ਪਤਾ ਲੱਗਿਆ ਵੀ ਜਿਹੜੇ ਇਹ ਬੰਦੇ ਆ, ਕਿਉਂਕਿ ਹੁਣ ਇਹ ਕੰਮ ਕਰਨੇ ਵੀ ਸੌਖੇ ਨਹੀਂ, ਇਹਦੇ 'ਚ ਵੀ ਫਿਰ ਉਹ ਹੁਣ ਪਹਿਲਵਾਨ ਹੈ, ਉਹ ਦੇਖ ਲਓ ਅਖਾੜੇ 'ਚ ਕਿਵੇਂ ਕਰਦੇ ਆ। ਇਹ ਜਿਹੜਾ ਦਾਰਾ ਪਹਿਲਵਾਨ ਸੀਗਾ, ਇਹਨੂੰ ਸ਼ੌਕ ਸੀ, ਮਾਂ ਨੇ ਬੜਾ ਪਦਾਰਥ ਖਿਲਾਇਆ, ਪਰ ਫਿਰ ਉਹ ਢਹਿ ਗਿਆ ਪਿੱਠ ਲੁਹਾਰੀ। ਮਾਂ ਨੇ ਕਿਹਾ ਵੀ ਤੂੰ ਮੇਰਾ ਦੁੱਧ ਹੀ ਹਰਾਮ ਕਰ ਦਿੱਤਾ, ਵੀ ਤੇਰਾ ਕੋਈ ਉਸਤਾਦ ਗੁਰੂ ਨਹੀਂ, ਉਹ ਤੋਂ ਬਿਨਾਂ ਨਹੀਂ ਇਹ ਦਾਗਾ ਆਉਂਦੇ ਹੁੰਦੇ। ਫਿਰ ਕਿਸੇ ਪਹਿਲਵਾਨ ਨੂੰ ਉਸਤਾਦ ਬਣਾਉਣ ਲਈ ਗਿਆ। ਉਹ ਕਹਿੰਦਾ ਵੀ ਗੱਲ ਇਹ ਆ ਵੀ ਲਗੋਟਾ ਕੱਸ ਕੇ ਬੰਨਣਾ ਪੈਣਾ। ਉਹ ਕਹਿੰਦਾ ਮਹਾਰਾਜ ਉਹ ਤਾਂ ਬੰਨਿਆ, ਕੈਂਚ ਵੀ ਪਾਈ ਆ। ਕਹਿੰਦੇ ਨਹੀਂ, ਜੱਤ ਸੱਤ ਦਾ ਲਗੋਟਾ ਲਾਉਣਾ ਪੈਣਾ, ਜੱਤ ਸੱਤ ਦਾ। ਫਿਰ ਉਹ ਬਚਨ ਲੈ ਕੇ ਫਿਰ ਉਹਨਾਂ ਸਿਖਾ ਲਿਆ। ਇਹ ਵੀ ਹੁਣ ਮਿੱਟੀ ਦੇ ਲੋ ਤੇਲ ਨਾਲ ਗੁੰਨੀ ਹੁੰਦੀ ਹੈ, ਤੇ ਮਾਰ ਮਾਰ ਕੇ ਅੱਡੀਆਂ ਪਿੰਡਾਂ 'ਚ ਛਿੱਲ ਦਿੰਦੇ ਪਹਿਲਵਾਨ, ਬੜੀ ਬਰਿਸ਼ ਮਿਹਨਤ ਕਰਾਉਂਦੇ ਆ। ਇਸ ਵਾਸਤੇ ਕਿ ਹਰ ਪੱਖ ਵਿੱਚ, ਚਾਹੇ ਸਰੀਰਕ ਕਸਰਤ ਹੈ, ਚਾਹੇ ਮਾਨਸਿਕ ਹੈ, ਚਾਹੇ ਬੁੱਧੀ ਦੀ ਹੈ, ਚਾਹੇ ਦੁਨਿਆਵੀ ਰਾਜਨੀਤੀ, ਕੋਈ ਵਿਹਾਰ ਵੀ ਹੈ, ਕੋਈ ਦੁਨੀਆ ਦੀ ਐਸੀ ਵਿਦਿਆ ਨਹੀਂ ਜਿਹੜੀ ਉਸਤਾਦ ਤੋਂ ਵੀ ਨਾ ਸਫਲ ਹੋਵੇ। ਕਹਿੰਦੇ ਇੱਕ ਬਾਜੀਗਰ ਹੁੰਦਾ ਸੀ, ਤੇ ਉਸਨੇ ਉਹ ਬਰਸ਼ੀ ਚਲਾਉਣੀ ਤੇ ਦੰਦਾਂ ਨਾਲ ਬੋਚ ਲੈਣੀ। ਲੋਕਾਂ ਨੇ ਆਸ਼ਾ ਸ਼ਿਕਾਰ ਉੱਠਣ, ਕਮਾਲ ਦੀ ਗੱਲ ਆ, ਇੰਨੀ ਤੇਜ਼ ਬਰਸ਼ੀ ਲਾ ਕੇ ਦੰਦਾਂ ਨਾਲ ਬੋਚ ਲੈਂਦਾ। ਉਹ ਸੰਤ ਸੀ, ਕਹਿਣ ਲੱਗੇ ਵੀ ਤੇਰਾ ਉਸਤਾਦ ਕੌਣ ਹੈ? ਕਹਿੰਦਾ ਮਾਰਾ ਉਸਤਾਦ ਤਾਂ ਕੋਈ। ਕਹਿੰਦੇ ਲੈ ਹੁਣ ਬੋਚ। ਉਹ ਫਿਰ ਜਵਾੜਾ ਪੜ ਗਿਆ, ਫਿਰ ਰਾਜੀ ਰੂਜੀ ਹੋਇਆ। ਕਹਿੰਦੇ ਹੁਣ ਦੱਸ। ਕਹਿੰਦਾ ਮਹਾਰਾਜ ਮੈਂ ਬੰਦੇ ਨੂੰ ਤਾਂ ਕਿਸੇ ਨੂੰ ਉਸਤਾਦ ਨਹੀਂ ਬਣਾਇਆ, ਮੈਂ ਉੱਥੇ ਪਸ਼ੂ ਚਾਰਦਾ ਹੁੰਦਾ ਸੀ, ਤੇ ਨਦੀ ਕਿਨਾਰੇ ਇੱਕ ਬਗਲਾ ਬੈਠਾ ਹੁੰਦਾ ਸੀ, ਇੱਕ ਲੱਤ ਭਾਰ ਖੜਿਆ ਹੋਣਾ, ਮੱਛੀ ਬੁੜਕਣੀ, ਉਹਨੇ ਐਉਂ ਮਾਰਨੀ, ਇਹ ਬੋਝਲਾ, ਤੇ ਮੈਂ ਪ੍ਰੈਕਟਿਸ ਕਰਨ ਲੱਗ ਪਿਆ। ਕਹਿੰਦੇ ਫਿਰ ਤੇਰਾ ਉਸਤਾਦ ਬਗਲਾ, ਇਹ ਹੁਣ ਕਰ। ਜਿਲੇ ਕੀਤਾ ਫਿਰ ਬੋਝ ਲਈ। ਕਹਿੰਦੇ ਦੇਖ ਤੂੰ ਆਪਣੇ ਉਸਤਾਦ ਦੀ ਨਿੰਦਿਆ ਕੀਤੀ, ਮੂੰਹ ਪਾਟਾ। ਇਸ ਕਰਕੇ ਉਸਤਾਦ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਮੁਰਸ਼ਦ ਤੋਂ ਬਿਨਾਂ ਕੋਈ ਰਾਹ ਨਹੀਂ ਮਿਲਦਾ। ਕਹਿੰਦੇ ਨਾ ਕਿ ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ। ਖੀਰ ਹੁਣ ਪਾਣੀ ਥੋੜ੍ਹੀ ਰਿੱਝਣੀ ਹੈ, ਦੁੱਧ 'ਚ ਰਿੱਝਣੀ ਹੈ। ਬਿਨਾਂ ਮੁਰਸ਼ਦ ਤੋਂ, ਗੁਰੂ ਤੋਂ ਕਦੀ ਕਿਸੇ ਨੂੰ ਨਾ ਪਿੱਛੇ ਨਾ ਹੋਣ ਨਾ ਗਾਂ, ਇਹ ਰਸਤਾ ਨਹੀਂ ਮਿਲ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਜਿਹੜਾ ਪਰਮੇਸ਼ਰ ਆ, ਉਹਦੀ ਪ੍ਰਾਪਤੀ ਵੀ ਸਤਿਗੁਰਾਂ ਦੁਆਰਾ ਹੁੰਦੀ ਹੈ। ਕਿਨ ਵਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਹੁਣ ਮਹਾਰਾਜ ਪ੍ਰਸ਼ਨ ਕੀਤਾ ਕਿ ਇਹ ਮੇਰੇ ਰਾਮ ਰਾਏ, ਉਹ ਜਿਹੜਾ ਗੁਸਾਈ ਸਾਰੇ ਸੰਸਾਰ ਦਾ ਮਾਲਕ ਆ, ਉਹ ਕਿਵੇਂ ਪ੍ਰਾਪਤ ਹੁੰਦਾ? ਹੁਣ ਜੇ ਕੋਈ ਆਪਣੇ ਢੰਗ ਨਾਲ ਕਿ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂ, ਤੇ ਬੜਾ ਔਖਾ। ਤੇ ਜਿਵੇਂ ਹੁਣ ਆਪਣਾ ਨੇਤਰ ਜਿਹੜੇ ਦੂਏ ਨੂੰ ਦੇਖਦੇ ਆ, ਆਪਣੀਆਂ ਅੱਖਾਂ ਆਪਣੇ ਆਪ ਨੂੰ ਨਹੀਂ ਦੇਖਦੀਆਂ। ਆਪਣੀਆਂ ਅੱਖਾਂ ਦੇਖਣ ਲਈ ਸ਼ੀਸ਼ੇ ਦਾ ਆਸਰਾ ਲੈਣਾ ਪੈਂਦਾ, ਆਪਣਾ ਚਿਹਰਾ ਦੇਖਣ ਲਈ। ਦੀਵੇ ਥੱਲੇ ਹਨੇਰਾ ਹੈ, ਦੂਆ ਦੀਵਾ ਬਾਲਾਂਗੇ ਤਾਂ ਉਹਦੇ ਪੈਰਾਂ ਦਾ ਹਨੇਰਾ ਜਾਊਗਾ, ਦੂਸਰ ਹੋਏ ਤਾਂ ਸੋਝੀ ਪਾਏ। ਇਸ ਤਰ੍ਹਾਂ ਪਰਮਾਤਮਾ ਦਾ ਜਿਹੜਾ ਦਰਸ਼ਨ ਹੈ, ਜਿਵੇਂ ਸ਼ੀਸ਼ੇ ਨਾਲ ਆਪਣਾ ਚਿਹਰਾ ਦੇਖਿਆ ਜਾਂਦਾ, ਜਿਹੜਾ ਮਹਾਂਪੁਰਖਾਂ ਦੀ ਦੇਹ ਆ, ਇਹ ਇੱਕ ਆਰਸੀ ਹੈ, ਸ਼ੀਸ਼ਾ ਆ, ਇਹਨਾਂ ਦੁਆਰਾ ਪਰਮਾਤਮਾ ਦੇਖਿਆ ਜਾਂਦਾ। ਕਿਨ ਵਿਦ ਮਿਲਿਆ ਗੁਸਾਈ ਮੇਰੇ ਰਾਮ ਰਾਏ। ਇਹ ਗੁਸਾਈ ਮੇਰੇ ਮਾਲਕ, ਰਮਿਆ ਹੋਇਆ ਰਾਏ, ਰਾਜਾ ਰੂਪੀ ਜਿਹੜਾ ਪਰਮੇਸ਼ਰ ਪ੍ਰਕਾਸ਼ ਰੂਪ ਹੈ, ਉਹ ਕਿਹੜੀ ਵਿਧੀ ਹੈ ਜਿਹਦੇ ਦੁਆਰਾ ਮਿਲਦਾ ਹੈ, ਪ੍ਰਾਪਤ ਹੁੰਦਾ ਹੈ। ਅੱਗੇ ਮਹਾਰਾਜ ਦੱਸਦੇ ਆ, ਪ੍ਰਸ਼ਨ ਕੀਤਾ ਸੀ ਨਾ, ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ ਰਹਾ। ਕਹਿੰਦੇ ਕੋਈ ਐਸਾ ਸੰਤ ਹੋਵੇ ਜਿਹੜਾ ਪਰਮਾਤਮਾ ਨਾਲ ਜੁੜਿਆ, ਤੇਰੇ ਨਾਲ ਭੇਦ ਹੋਇਆ,
ਉਹ ਫਿਰ ਸਹਿਜ ਸੁਖ ਦਾਤਾ। ਹਾਂਜੀ, ਆਤਮਾ ਦੇ ਸੁਖ ਦੇਣ ਵਾਲਾ ਉਹ ਦਾਤਾ ਆ। ਇੱਕ ਤਾਂ ਦੁਨਿਆਵੀ ਸੁੱਖ ਆ, ਇੱਕ ਆਤਮਕ ਅੰਦਰਲਾ ਸੁੱਖ ਆ। ਜਦੋਂ ਬਿਰਤੀ ਆਤਮਾ ਪਰਮਾਤਮਾ ਨਾਲ ਜੁੜਦੀ, ਕਹਿੰਦੇ ਉਹ ਸੁੱਖ ਦੇਣ ਵਾਲਾ। ਕਹਿੰਦੇ ਇਹ ਮੇਰੇ ਪਰਮਾਤਮਾ, ਐਸਾ ਜਿਹੜਾ ਕੋਈ ਸੰਤ ਆ, ਹਾਂਜੀ, ਸੁੱਖਾਂ ਨੂੰ ਦੇਣੇ ਵਾਲਾ, ਮੋਹਿ ਮਾਰਗ ਦੇ ਬਤਾਈ, ਮੈਨੂੰ ਉਹ ਮਾਰਗ ਰਸਤਾ ਆ ਕੇ ਦੱਸ ਦੇਵੇ, ਬਤਾ ਦੇਵੇ ਕਿ ਉਸ ਰਸਤੇ 'ਤੇ ਚੱਲ ਕੇ ਮੈਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਾਂ। ਕਿਉਂਕਿ ਬਿਨਾਂ ਜਿਹੜਾ ਆਪ ਰਸਤੇ 'ਤੇ ਤੁਰਿਆ ਉਹੀ ਰਸਤਾ ਦੱਸੂ। ਅਤੇ ਜੇ ਹੁਣ ਅੰਧਾ ਆਗੂ ਥੇ ਜੇ ਥੀਏ ਸਭ ਸਾਥ ਮਹਾਵੇ। ਉਹ ਇੱਕ ਅੱਖਾਂ ਤੋਂ ਮਨਾਖਾ ਸੀ, ਕੋਈ ਮਨਾਖਾ ਪੁੱਛਣ ਲੱਗਾ ਮਾਰਾ ਰਸਤਾ 5 ਰੁਪਏ ਤੋਂ, ਉਹ ਪੈਸੇ ਦੇ ਲਾਲਚ ਕਹਿੰਦਾ ਬਸ ਨੱਕ ਦੀ ਸੇ ਤੁਰਿਆ ਜਾ। ਉਹ ਵਿਚਾਰਾ ਤੁਰਿਆ ਗਿਆ, ਅੱਗੇ ਬੋੜਾ ਖੂਹ ਸੂਹ 'ਚ ਡਿੱਗ ਪਿਆ। ਕਹਿੰਦੇ ਨੇ ਆਪਣੇ ਜਾਤ ਭਾਈ 'ਤੇ ਵੀ ਮਾਇਆ ਦੇ ਲਾਲਚ ਵਿੱਚ ਤਰਸ ਨਹੀਂ ਕੀਤਾ। ਇਸ ਤਰ੍ਹਾਂ ਸਜਾਖਾ ਹੋਈ ਉਹੀ ਸਹੀ ਰਸਤਾ ਦੱਸੋ। ਇਸ ਵਾਸਤੇ ਮਹਾਰਾਜ ਕਹਿੰਦੇ ਕੋਈ ਐਸਾ ਸੰਤ, ਕੋਈ ਇਹੋ ਜਿਹਾ ਸੰਤ ਸਹਿਜ ਸੁਖ ਦਾਤਾ, ਜਿਹੜਾ ਸਹਿਜ ਗਿਆਨ ਦੇਵੇ, ਆਤਮਾ ਸੁਖ ਦੇਵੇ, ਸੁੱਖਾਂ ਦਾ ਦਾਤਾ, ਮੋਹਿ ਮਾਰਗ ਦੇ ਬਤਾਏ, ਜਿਹੜਾ ਸਾਨੂੰ ਰੱਬ ਦੇ ਮਿਲਣ ਦਾ ਰਸਤਾ ਦੱਸ ਦੇਵੇ। ਰਾਹੋ ਅੰਤਰ ਅਲਖ ਨਾ ਜਾਈ ਲਖਿਆ। ਕਹਿੰਦੇ ਉਹ ਪਰਮਾਤਮਾ ਹੈ ਤਾਂ ਅੰਦਰ ਹੀ ਹੈ। ਜਿਵੇਂ ਲੱਕੜ 'ਚ ਅੱਗ ਹੈਗੀ ਹੈ, ਆਪਣੇ ਆਪ ਥੋੜ੍ਹੀ ਪ੍ਰਗਟ ਹੁੰਦੀ ਹੈ, ਉਹ ਦੂਏ ਦੁਆਰਾ ਪ੍ਰਗਟ ਹੁੰਦੀ ਹੈ। ਇਹ ਤਾਂ ਸਾਰੇ ਕੰਮ ਕਰਦੀ ਹੈ, ਨਹੀਂ ਲੱਕੜ 'ਚ ਪਈ ਹੈ ਕੁਛ ਵੀ ਨਹੀਂ ਕਰਦੀ। ਹੁਣ ਧਰਤੀ 'ਚ ਪੈਟਰੋਲ ਵੀ ਹੈਗਾ, ਸੋਨਾ ਚਾਂਦੀ ਵੀ ਹੈ। ਹੁਣ ਜੰਗਲਾਂ 'ਚ ਬਾਂਦਰ ਆ, ਪਸ਼ੂ ਕਿੰਨੇ ਆ, ਉਹ ਨਹੀਂ ਥੋੜ੍ਹੀ ਕੱਢਿਆ। ਜਿਹੜੇ ਵਿਗਿਆਨੀ ਸੀ, ਬੁੱਧੀਵਾਨ ਸੀ, ਉਹਨੀ ਇਹ ਚੀਜ਼ਾਂ ਕੱਢੀਆਂ। ਆ ਕਿੰਨੇ ਸੁੱਖ ਆਪ ਵੀ ਦੁਆਿਆਂ ਨੂੰ ਵੀ ਦੇ ਰਹੇ। ਇਸ ਤਰ੍ਹਾਂ ਉਹ ਪਰਮਾਤਮਾ ਹੈ ਤਾਂ ਅੰਦਰ ਹੀ, ਅਲੱਖ ਲਖਿਆ ਨਹੀਂ ਜਾਂਦਾ। ਹਾਂਜੀ, ਅਲੱਖ ਨਾ ਜੇ ਲਖਿਆ, ਐਸਾ ਅਲੱਖਿਆ ਲਖਿਆ ਨਹੀਂ ਜਾਂਦਾ। ਕਹਿੰਦੇ ਕਿਉਂ ਨਹੀਂ ਲਖਿਆ ਜਾਂਦਾ? ਵਿੱਚ ਪੜਦਾ ਹੋਮੇ ਪਾਈ। ਕਹਿੰਦੇ ਇੱਕ ਪੜਦਾ ਅਤੇ ਵਿੱਚ ਹੋਮੇ ਪਾਤੀ, ਹੋਮੇ ਦਾ ਹੀ ਪੜਦਾ। ਹੁਣ ਤੁਸੀਂ ਏਅਰਪੋਰਟ 'ਤੇ ਚੱਲ ਜਾਓ, ਅਤੇ ਜਿਹਨੂੰ ਆਪਾਂ ਜਹਾਜ਼ ਚੜਾਉਣਗੇ ਉਹ ਅੰਦਰ ਆ, ਸ਼ੀਸ਼ਾ ਲੱਗਾ, ਉਹ ਵੀ ਸਾਨੂੰ ਦੇਖਦੇ। ਅਸੀਂ ਵੀ ਵਿੱਚ ਪੜਦਾ ਕਰਕੇ ਆਪਾਂ ਹੱਥ ਨਹੀਂ ਮਿਲਾ ਸਕਦੇ, ਗਲਵੱਕੜੀ ਨਹੀਂ ਪਾ ਸਕਦੇ, ਉਹ ਬਾਹਰੋਂ ਐਂ ਕਰੀ ਜਾਵਾਂਗੇ। ਹਾਲਾਂਕਿ ਦਿਸ ਵੀ ਰਿਹਾ, ਵਿੱਚ ਪੜਦਾ ਕਰਕੇ ਮਿਲਾਪ ਨੇ। ਇਸੇ ਤਰ੍ਹਾਂ ਇਨਸਾਨ ਦੀ ਬੁੱਧੀ ਦੇ ਉੱਤੇ ਉਹ ਹਉਮੈ ਦਾ ਪੜਦਾ ਇਹੋ ਜਿਹਾ ਜਿਹਦੇ ਕਰਕੇ ਉਹ ਪਰਮਾਤਮਾ ਅੰਦਰ ਹੁੰਦਾ ਹੋਇਆ ਵੀ ਨਜ਼ਰ ਨਹੀਂ ਆਉਂਦਾ। ਉਹ ਜਿਹੜੇ ਮਹਾਂਪੁਰਖ ਕਿਰਪਾ ਕਰਨ, ਹਉਮੈ ਦੂਰ ਹੋਵੇ, ਸੇਵਾ ਕਰਾਉਂਦੇ ਆ, ਸੇਵਾ ਕਰ ਕਰ ਫਿਰ ਹੰਕਾਰ ਦੂਰ ਹੋ ਜਾਂਦਾ, ਹਉਮੈ ਹਿਰਦਾ ਸ਼ੁੱਧ ਹੋ ਜਾਂਦਾ, ਫਿਰ ਉਹ ਪੜਦਾ ਚੱਕਿਆ ਜਾਂਦਾ। ਇਹ ਬਾਹਰੋਂ ਥੋੜ੍ਹੀ, ਇਹ ਅੰਦਰੋਂ ਹੀ ਨਜ਼ਰ ਆਉਣ ਲੱਗ ਜਾਂਦਾ। ਮਾਇਆ ਮੋਹੇ ਸਭੋ ਜਗ ਸੋਇਆ। ਇਹ ਜਿੰਨਾ ਵੀ ਸੰਸਾਰ ਆ, ਮਾਇਆ ਦੇ ਮੋਹ 'ਚ ਜਾਗਦਾ ਵੀ ਸੁੱਤਾ ਪਿਆ। ਪਤਾ ਹੀ ਨਹੀਂ ਪਰਮੇਸ਼ਰ ਕਿੱਥੇ ਆ, ਕੋਈ ਸਾਧੂ ਸੰਤ ਕਿੱਥੇ ਆ, ਭਜਨ ਬਾਣੀ ਕਿੱਥੇ ਕਰਨੀ। ਇੱਕ ਵਾਰੀ ਅਸੀਂ ਅੰਮ੍ਰਿਤਸਰ ਸਾਹਿਬ ਗਏ, ਅਤੇ ਬਾਬੇ ਟਾਲ ਦੇ ਮੂਹਰੇ ਇੱਕ ਦੀ ਦੁਕਾਨ ਸੀ, ਹੁਣ ਤਾਂ ਹੈ ਨਹੀਂ, ਹੁਣ ਡਿਵੈਲਪਮੈਂਟ ਹੋ ਗਈ। ਅਤੇ ਉਹ ਪੂੜੀਆਂ ਕੜਾਹ ਵੇਚਦਾ ਹੁੰਦਾ ਸੀ, ਬਾਬੇ ਟਾਲ ਦੇ ਚੜ੍ਹਾਉਂਦੇ ਨਾ। ਮੈਂ ਕਿਹਾ ਸਰਦਾਰ ਸਾਹਿਬ ਤੁਸੀਂ ਬੜੇ ਭਾਗਾਂ ਵਾਲੇ ਆ, ਹਰ ਵੇਲੇ ਬਾਬੇ ਟਾਲ ਦੇ ਚਰਨਾਂ 'ਚ ਰਹਿੰਦੇ ਆ, ਅਤੇ ਸੰਗਤ ਦੇ ਦਰਸ਼ਨ ਮੇਲੇ ਹੁੰਦੇ ਆ। ਉਹ ਕਹਿੰਦਾ ਬਾਬਾ ਜੀ ਅਸੀਂ ਤਾਂ ਬੜੇ ਪਾਪੀ ਹਾਂ। ਸਵੇਰੇ ਆ ਕੇ ਗੱਦੀ 'ਤੇ ਬਹਿ ਜਾਈਦਾ ਦੁਕਾਨ 'ਤੇ। ਇੰਨੇ ਸਾਲ ਹੋਏ ਮੈਂ ਬਾਬੇ ਟਾਲ ਦੇ ਅੰਦਰ ਨਹੀਂ ਵੜਿਆ, ਅਤੇ ਅਸੀਂ ਤਾਂ ਮਾਇਆ ਦੇ ਕੀੜੇ ਬਣੇ ਬੈਠੇ ਹਾਂ। ਦੇਖ ਲਓ, ਦਰਵਾਜ਼ਾ ਲੰਘਣਾ ਬਹੁਤ ਔਖਾ। ਕਈ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੰਮੇ ਹੋਣੇ ਆ, ਉੱਥੇ ਹੀ ਪਲੇ ਆ, ਉੱਥੇ ਖਾਂਦੇ ਆ, ਪੀਂਦੇ ਆ, ਪਹਿਨਦੇ ਆ। ਤੁਸੀਂ ਡਾਇਰੀ ਲੈ ਕੇ, ਪੈਨ ਲੈ ਕੇ ਇਕੱਲੇ ਨੂੰ ਪੁੱਛਣ ਲੱਗ ਪਓ, ਤੁਹਾਨੂੰ ਇਹੋ ਜਿਹੇ ਬੰਦੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਲੱਜ ਪਣਗੇ ਜਿਹਨੇ ਅੱਜ ਤੀ ਉੱਥੇ ਮੱਥਾ ਨਹੀਂ ਟੇਕਿਆ। ਅਤੇ ਦੁਨੀਆ ਕਿੱਥੋਂ ਕਿੱਥੋਂ ਆਉਂਦੀ। ਬਿਨਾਂ ਭਾਗਾਂ ਜਿਹੜਾ ਚਿਚੜਿਆ ਉਹ ਗਾਂ ਦੇ ਲਿਬਾਸ ਨਹੀਂ ਆ, ਪਰ ਖੂਨ ਪੀਂਦਾ। ਦੁੱਧ ਪੀਉਣ ਵਾਲੇ ਪਾਸੋਂ ਆਉਂਦੇ। ਇਸ ਤਰ੍ਹਾਂ ਹੀ ਆ। ਕਹਿੰਦੇ ਮਾਇਆ ਮੋਹੇ ਸਭੋ ਜਗ ਸੋਇਆ। ਮਾਇਆ ਦੇ ਮੋਹ ਸਾਰਾ ਸੰਸਾਰ ਸੁੱਤਾ ਪਿਆ।
ਇਹ ਭਰਮ ਕਹੋ ਹੋ ਕਿਉਂ ਜਾਈ। ਧੰਨ ਸੱਚੇ ਪਾਤਸ਼ਾਹ ਕਹਿੰਦੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਭਰਮ ਪਿਆ ਆ ਇਹ ਦੱਸੋ ਕਿਵੇਂ ਜਾਏ। ਐਸਾ ਭਰਮ ਪਿਆ ਆ ਤੇ ਜੇ ਕਹੋ ਭਈ ਸੰਤਾਂ ਦੀ ਸੰਗਤ ਕਰੋ, ਕੋਈ ਸੇਵਾ ਕਰੋ, ਬਾਣੀ ਪੜ੍ਹੋ, ਨਾਮ ਜਪੋ, ਕਹਿੰਦੇ ਸਾਡਾ ਤਾਂ ਮਾਰਾ ਮਰਨ ਨੂੰ ਬੇਲ ਨਹੀਂ ਮਿਲਦਾ, ਤੁਸੀਂ ਕਹਿੰਦੇ ਸੇਵਾ ਕਰਿਆ ਕਰੋ। ਇੰਨੇ ਬਿਜੀ ਰਹਿੰਦੇ ਆ। ਇਸ ਤਰ੍ਹਾਂ ਦਾ ਸੰਸਾਰ ਦੇ ਲੋ ਇਹ ਭਰਮ ਪਿਆ ਹੈ। ਕਹਿੰਦੇ ਇਹੋ ਭਰਮ ਕਹੋ, ਇਹ ਕਹਿ ਕੇ ਦੱਸੋ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਭਰਮ ਕਿਵੇਂ ਜਾਏਗਾ। ਏਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ। ਕਹਿੰਦੇ ਇੱਕੋ ਹੀ ਚੇਤਨ ਪਰਮਾਤਮਾ ਸਾਡੇ ਵਿੱਚ ਆ ਔਰ ਕਹਿੰਦੇ ਹਾਂਜੀ ਉਹਦੇ ਸੰਬੰਧ ਕਰਕੇ ਆ ਸਾਰੇ ਸਾਡੇ ਇੰਦਰੀਏ ਕੰਮ ਕਰਦੇ ਆ। ਅੱਖਾਂ ਵੀ ਉਹਦੀ ਸ਼ਕਤੀ ਨਾਲ ਦੇਖ ਰਹੀਆਂ, ਕੰਨ ਉਹਦੀ ਸ਼ਕਤੀ ਨਾਲ ਸੁਣ ਰਿਹਾ, ਜ਼ੁਬਾਨ ਉਹਦੀ ਸ਼ਕਤੀ ਨਾਲ ਬੋਲ ਰਿਹਾ, ਹੱਥ ਉਹਦੀ ਸ਼ਕਤੀ ਨਾਲ, ਪੈਰ ਉਹਦੀ ਸ਼ਕਤੀ ਨਾਲ, ਮਨ ਬੁੱਧੀ ਉਹਦੀ ਸ਼ਕਤੀ ਨਾਲ। ਕਹਿੰਦੇ ਬੈਠਾ ਅੰਦਰ ਹੀ ਆ। ਹਾਂਜੀ ਬੈਠਾ ਅੰਦਰ ਹੀ ਆ ਹੈਂ। ਕਹਿੰਦੇ ਉਹ ਜਿਹੜੇ ਇੰਦਰੀ ਆ ਉਹਦੀ ਸ਼ਕਤੀ ਨਾਲ ਚੇਤਨ ਹੋ ਰਹੇ ਆ। ਹਾਂਜੀ ਇੱਕੋ ਹੀ ਸਰੀਰ ਆ, ਸਰੀਰ ਰੂਪੀ ਘਰ 'ਚ ਵਸਦੇ ਆ। ਕਹਿੰਦੇ ਆਪਸ ਵਿੱਚ ਮਿਲ ਕੇ ਕੋਈ ਗੱਲਬਾਤ ਨਹੀਂ ਕਰਦੇ, ਦੂਜਿਆਂ ਨਾਲ ਕਰੀ ਜਾਂਦਾ। ਜਿਹਦੀ ਸ਼ਕਤੀ ਨੇ ਸਾਰੀਆਂ ਗੱਲਾਂ ਕਰਦਾ ਉਹਦੇ ਨਾਲ ਗੱਲ ਨਹੀਂ ਕਰਦਾ। ਜੇ ਹੁਣ ਜਪਜੀ ਸਾਹਿਬ ਪੜ੍ਹਾਂਗੇ ਸਮਝੋ ਗੁਰੂ ਨਾਨਕ ਸਾਹਿਬ ਨਾਲ ਗੱਲਾਂ, ਸੁਖਮਨੀ ਪੜ੍ਹਾਂਗੇ ਪੰਜਵੇਂ ਪਾਤਸ਼ਾਹ ਨਾਲ ਗੱਲਾਂ। ਪਹਿਲਾਂ ਤੇ ਇਉਂ ਕਰਦੇ, ਫਿਰ ਹੌਲੀ ਹੌਲੀ ਜਿਹੜੀ ਬਾਣੀ ਅੰਦਰ ਜਾਂਦੀ ਆ ਤੇ ਅੰਦਰੋਂ ਵੀ ਉਹਦੇ ਨਾਲ ਹੋਣ ਲੱਗ ਪੈਂਦੀ, ਅੰਦਰੋਂ ਅਨੁਭਵ ਹੋਣ ਲੱਗ ਜਾਂਦਾ। ਮਿਲ ਬਾਤ ਨਾ ਕਰਤੇ ਭਾਈ। ਹਾਂਜੀ ਕਹਿੰਦੇ ਮਿਲ ਕੇ ਬਾਤ ਗੱਲ ਨਹੀਂ ਕਰਦੇ। ਕਹਿੰਦੇ ਆਪਣੇ ਆਪਣੇ ਵਿਸ਼ਿਆਂ ਦੇ ਗ੍ਰਹਿਣ ਕਰਦੇ ਆ, ਉਹਦੇ 'ਚ ਲੱਗੇ ਹੋਏ ਆ। ਹਾਂਜੀ ਉਹਦੇ 'ਚ ਲੱਗੇ ਹੋਏ ਆ। ਅੱਖਾਂ ਦੇਖਣ ਲੱਗੀਆਂ, ਫਿਲਮਾਂ ਦੇਖ ਆਈਏ ਫਿਲਮ ਦੇਖ ਲਈਏ, ਨਕਲਾਂ ਦੇਖ ਆਈਏ। ਕੰਨ ਆ ਇੱਧਰ ਉਧਰ ਦੀਆਂ ਗੱਲਾਂ ਸੁਣਨ ਲੱਗੇ ਆ। ਜਵਾਨ ਖੁੰਡ ਪਾਲਟੀ 'ਚ ਬਹਿ ਕੇ ਨਿੰਦਿਆ ਚੁਗਲੀ 'ਚ ਲੱਗੀ ਹੋਈ ਹੈ। ਪੈਰ ਆ ਚਲੋ ਉੱਧਰ ਸੈਲ ਕਰ ਆਈਏ। ਹੱਥ ਆ ਕਿਸੇ ਚੋਰੀ ਚਾਰੀ ਕਰ ਲਈਏ। ਮਨ ਆ ਉਹ ਪੁੱਠੀ ਸੋਚ 'ਚ ਲਗਾਇਆ। ਬੁੱਧੀ ਆ ਉਹ ਗਲਤ ਧਾਰਨਾ 'ਚ ਲੱਗੀ ਹੋਈ ਹੈ। ਇਸ ਕਰਕੇ ਕਹਿੰਦੇ ਉਹਦੇ ਨਾਲ ਨਹੀਂ ਮਿਲਦੇ, ਹੋਰ ਚੀਜ਼ਾਂ ਨਾਲ ਮਿਲ ਕੇ ਮਨ ਬੁੱਧੀ ਹੋਰ ਦੀ ਹੋਰੇ ਹੋਈ ਹੈ। ਇੰਦਰੇ ਵੀ ਹੋਰ ਪਾਸੇ ਲੱਗੇ ਹੋਏ ਆ। ਇਸ ਕਰਕੇ ਕਹਿੰਦੇ ਆ ਮਿਲ ਬਾਤ ਨਾ ਕਰਦੇ ਭਾਈ। ਮਿਲਦੇ ਨਹੀਂ ਤੇ ਉਹਦੇ ਨਾਲ ਗੱਲ ਨਹੀਂ ਕਰਦੇ। ਏਕ ਬਸਤ ਬਿਨ ਪੰਚ ਦਹੇਲੇ, ਉਹ ਬਸਤਾ ਗੋਚਰ ਠਾਈ। ਕਹਿੰਦੇ ਇੱਕ ਆਤਮਾ ਵਸਤੂ ਦੀ ਪ੍ਰਾਪਤੀ ਤੋਂ ਬਿਨਾਂ ਪੰਜ ਜਿਹੜੇ ਗਿਆਨ ਇੰਦਰੇ ਦਹੇਲੇ ਮੈਨੇ ਬੜੇ ਦੁਖੀ ਰਹਿੰਦੇ ਆ। ਕਹਿੰਦੇ ਫਿਰ ਉਹ ਜਿਹੜੇ ਹੈਗੇ ਆ ਤੇ ਫਿਰ ਉਹ ਹਾਂਜੀ ਸਰੀਰ ਸਥਾਨ ਦੇ ਵਿੱਚ ਇਹ ਹੈਗੇ ਆ, ਪਰ ਆਤਮਾ ਦੇ ਨਾਲ ਇਹਨਾਂ ਦਾ ਮਿਲਾਪ ਨਹੀਂ ਹੁੰਦਾ। ਇਹਨਾਂ ਦਾ ਮਿਲਾਪ ਬਾਹਰਲੀਆਂ ਚੀਜ਼ਾਂ ਨਾਲ ਹੋ ਗਿਆ, ਬਾਹਰ ਮੁਖੀ ਹੋ ਗਿਆ, ਅੰਦਰ ਮੁਖ ਬਿਰਤੀ ਨਹੀਂ ਕੀਤੀ। ਹਾਂਜੀ ਤੇ ਉਹ ਜਿਹੜਾ ਵਿਸ਼ਿਆਂ ਤੋਂ ਰਹਿਤ ਪਰਮਾਤਮਾ ਰੂਪੀ ਵਸਤੂ ਆ ਹੈ ਤਾਂ ਸਰੀਰ ਦੇ ਅੰਦਰ ਹੀ। ਹਾਂਜੀ ਪਰ ਕਹਿੰਦੇ ਜੇ ਕਹੀਏ ਉਹਦੀ ਪ੍ਰਾਪਤੀ ਵਾਸਤੇ ਤੇ ਕੋਈ ਯਤਨ ਹੀ ਨਹੀਂ ਕਰਦੇ ਕਿ ਪਰਮਾਤਮਾ ਕਿਵੇਂ ਪ੍ਰਾਪਤ ਹੋਣਾ। ਇੱਧਰ ਕਿਸੇ ਦਾ ਧਿਆਨ ਹੀ ਨਹੀਂ, ਦੌੜ ਦੂਏ ਪਾਸੇ ਲੱਗੀ ਹੋਈ ਹੈ। ਕਹਿੰਦੇ ਫਿਰ ਇਹ ਜਿਹੜੀ ਪ੍ਰਾਪਤੀ ਕਰਨ ਵਾਲੀ ਬਿਰਤੀ ਉਹ ਕਿਵੇਂ ਪ੍ਰਾਪਤ ਹੋਵੇ। ਹਾਂਜੀ ਉਹਦੇ ਤੇ ਅੱਗੇ ਮਹਾਰਾਜ ਦੱਸਦੇ ਆ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ ਪੂੰਜੀ ਗੁਰ ਸੌਂਪਾਈ। ਜਿਵੇਂ ਇੱਕ ਰਾਜਾ ਸੀ, ਉਹਨੂੰ ਬਹੁਤ ਸੁੰਦਰ ਮਹਿਲ ਬਣਾਇਆ, ਬਾਗ ਬਗੀਚੇ ਲਾਏ, ਬੌਲੀਆਂ ਬਣਾਈਆਂ। ਹਾਂਜੀ ਕਹਿੰਦਾ ਮੈਂ ਇੱਥੇ ਹੀ ਹਾਂ, ਮੈਨੂੰ ਲੱਜ ਲਓ। ਜਿਹੜਾ ਲੱਜ ਲੂਗਾ ਉਹਨੂੰ ਆਪਣੀ ਗੱਦੀ ਦੇ ਦੇਣੀ। ਇਸ ਗੱਦੀ ਦੇ ਚਾਜ ਸਾਰੇ ਘੁੰਮੇ। ਕਹਿੰਦੀ ਕਮਾਲ ਦੀ ਗੱਲ ਹੈ ਵੀ ਲੱਜਦਾ ਹੀ ਨਹੀਂ। ਇੱਕ ਫਿਰ ਮਹਾਂਪੁਰਖ ਗਏ, ਸਿਆਣੇ ਸੀ, ਸਾਰੇ ਦੇਖਿਆ ਬੜੀਆਂ ਸੀਨਰੀਆਂ, ਬੜਾ ਕੁਛ। ਇੱਕ ਜਾਂ ਮਿੱਟੀ ਜਿਹੀ ਦੀ ਢੇਰੀ ਪਈ, ਕਹਿੰਦੇ ਆਹ ਤਾਂ ਦੇਖੀਏ ਕਿਵੇਂ। ਜਦੋਂ ਕੀਤੀ ਤਾਂ ਉੱਥੋਂ ਇੱਕ ਦਰਵਾਜ਼ਾ ਨਿਕਲਿਆ, ਜਿਹੜੇ ਖੋਲ੍ਹ ਕੇ ਅੰਦਰ ਰਾਜਾ ਬੈਠਾ। ਇਸ ਤਰ੍ਹਾਂ ਸਰੀਰ ਰੂਪੀ ਮਿੱਟੀ ਦੀ ਢੇਰੀ ਆ, ਇਹਦੇ ਵਿੱਚ ਹੀ ਪਰਮਾਤਮਾ ਬੈਠਾ। ਇਹ ਰੰਗ ਰਲੀਆਂ ਤਮਾਸ਼ਿਆਂ ਵਿੱਚ ਆਨੰਦ ਲੈਣਾ ਚਾਹੁੰਦਾ। ਜਿਹਦੇ ਆਸਰੇ ਆਨੰਦ ਹੈ ਉਹ ਆਨੰਦ ਦੇਣ ਵਾਲਾ ਅੰਦਰ ਬੈਠਾ। ਜਿਹੜਾ ਮਿੱਟੀ ਦੀ ਢੇਰੀ ਹੈ, ਜਿਹੜਾ ਸਰੀਰ ਆ ਪੰਜਾਂ ਤੱਤਾਂ ਦਾ, ਚਲੋ ਬਿਰਤੀ ਸ਼ਬਦ ਦੁਆਰਾ ਅੰਤਰਮੁਖ ਕਰੇਗਾ, ਹਿਰਦਾ ਸ਼ੁੱਧ ਹੋਏਗਾ ਤੇ ਅੰਦਰੋਂ ਹੀ ਮਿਲ ਜਾਏਗਾ।
जिसका गृह तिन दिया ताला पूंजी गुर सो पै। कहते जिस परमेश्वर ने सरीर रूपी घर बनाया अज्ञान रूपी जंदा लाता, जंदा ला दिता। कहते जिहड़ी ब्रह्म विद्या रूपी चाबी है कहते वो सतगुरां दे कोल। जिवें संत कथा करते हुंदे सी ना, एक तोता पिंजरे च पाया, उस आदमी पढ़ाई जाना, कहो गंगा रामा राम राम, कहो मिठू राम राम, चौंकड़ा ला है उस इत्थे ही चोरी वास्ते करी जांदा सी। हुण चोर है कुट तो बचण लई राम राम कही जांदा, राम दी सौं मैं नहीं कीती, मंगता मुठ मुठाटे लई राम राम करदा फिरदा लोकां दे घरां मूहरे हैं। ते वो तोता चोरी वास्ते करी जांदा। रब दे मिलण लई राम राम कोई कोई करदा, प्रहलाद दरगाह नित दुनिया है करी जाती है। वो फिर संतां नूं मेरा पुछियो भी राम राम कहना बंधन टुट जाते, मेरे तो टुटते नहीं, राम राम करदा। हाँ जी, संतां नूं पुछया महाराज एक तोता, वो कहता भी मैं पिंजरे च पिया, मेरे बंधन नहीं टुटते हैं, सारे दिन राम राम करदा। भी तुसीं भी कथा सुनो, राम राम कहना बंधन टुट जाते। वो कहते वो बदामां वाली चूरी लिए करदा ते हंकार त्याग के नहीं करता, बिरती अंतर मौके नहीं करता। तू उन्होंने कह साह घड़ीस के पै जा ते अंदर सुआसा ना करी जा। वो तोते ने सुहा वास घड़ीस के अंदर बिरती करके मूँह च करी गया। वो घरदियां देखा, कहो गंगा राम राम राम, कौन मियाँ मिठू राम राम, हुण बोले कौन, वो प्राण चढ़ाया उन्हीं का शायद मर गया। तो चलो बाहर हवा च रखते हैं, जे जींदा हो बाहर की हवा नूं शायद उड़ जाए। तो जिले हूँ टीरी जी आखन देखे नेड़े कोई नहीं, तो अडारी मार गया। जांदा कह गया राम राम सत है पर कूंजी संतन हथ हैगा, तो राम राम सत ही आ, पर इहदी जिहड़ी कुंजी आ ना वो महापुरुषों के हथ च आ। ये जिहड़ा अज्ञान रूपी जंदा आ उन्होंने को ब्रह्म विद्या रूपी चाबी है, उहदे नाल खोलदे आ। जिसका गृह तिन दिया ताला, जिहदा है गृह घर आ परमेश्वर, उन्हें ताला भी लाता अज्ञानता दा। पूंजी गुर सुपाई, वो परमेश्वर ने कुंजी गुरु नूं जां संतां नूं संभालती। अपने घर जी ते विश्वास आपां उहनूं कुंजी दिंदे आ, ते कुंजी थोड़ी बनाउने आ। नौकर चाकर बहुत होंदे, कई नौकर भी विश्वास पात्र उन्होंने भी फड़ा देती है, तो जे ओही नूं दे दिओ सब कुछ लैके तुरदा ਉਹ। कहंदे कुंजी गुरु नूं सौंपी है, अन का पाप करे नहीं पावै, बड़िया पाप करदा पर ਉਹਦੀ प्राप्ति नहीं हुंदी। बिन सतगुर सरनाई, बिना सतगुरु की शरण ग्रहण की, जदों हंकार छड्ड के गुरु दे कोल जाएगा फिर मिलेगा। एक कोई लालियां दा मुंडा सी बड़ा अमीर, बराग हो गया फिर संत बनना, वो पारस की बट्टी लै गया। कहंदे महाराज पारस कहंदे सत्तां धातां नूं सोना कर दिंदा, करके दिखाओ। संतां कोई जोगतियां होनियां, उन्हीं की कीता, एक लोहा टुकड़ा विचाले बरीक जिहा तार रख दिता, कागज धागा लपेटदा, कहंदे रख दे, आपां हुण हरिद्वार जाए तीर्थ यात्रा, जदों आवांगे सोना बनिया होगा। हाँ जी, जिले मुड़ के आए वो झाड़ू झूड़ देन लग, देखिया लोहा लोहा ते पारस पारस। कहंदा महाराज तुसीं कथा सुणाउने आ कि पारस मैर संत में बड़ो अंतरो जान, वह लोहा कंचन करे वह करे आप समान। पारस दा ते संत दा इन्ना फर्क है, पारस सत्तां धातां नूं सोना बनाउंदा, संत संत बना दिंदा गा, वो बनिया सोना गाहां सोना नहीं बनाउंदा। इन्ना फर्क है संत दा। पिया तुहाडा पारस है ते लोहा बोई है, तुसीं कथा झूठ बोलदे आ। कहंदे कथा झूठ किवें बोलांगे, कथा महाराज दी है। कहंदे लिया था, जिल्ले लिआंदा दिखा लिया, कहंदे विच तार सी, इहदे टच नहीं होया, छूया नहीं, ते बने सोना किवें। जिले संतां ने कागज काढे जोड़िया, सोना बन गया। कहंदे इसे तरह जिन्ना चिर ये जीव दे अंदर होमे दा पड़दा, इहदी मलापी दा जिहड़ा महाराज ना हुंदा नहीं, ते ये सोने वांगू शुद्ध किवें होवे। अंदर पड़दा लई फिरदा। महाराज कहंदे अन का पाप करे नहीं पावे, अनेकां पाप करदा, अपने टक्करां मारू तो गल नहीं बनदी। उस्ताद द्वारा छेती गल समझ आ जाती, नाल जबरा हुंदा, एक आंकड़ा गलत हो जाए जिन्नी मारी टक्करा आउंदा ही नहीं। जिले उस्ताद को जाओ, वो कहंदा इत्थे तेरा अखर भुल गया सी,
ਕਹਿੰਦੇ ਲੈ ਮੈਂ ਤਾਂ ਗਾਂ ਘੁੰਮੀ ਗਿਆ, ਗੱਲ ਤਾਂ ਇੰਨੀ ਗਈ ਸੀ, ਇੰਨੀ ਕੁ ਗੱਲ ਸੀ। ਇੱਕ ਵਾਰੀ ਬੰਬੇ ਕੋਈ ਮੀਟਿੰਗ ਸੀ, ਇੱਕ ਪ੍ਰੋਫੈਸਰ, ਇੱਕ ਇੰਜੀਨੀਅਰ, ਬੁੱਧੀਜੀਵੀ ਸਕਾਲਰ, ਇੱਕ ਸੰਗੀਤਕਾਰ, ਇੱਕ ਸਾਹਿਤਕਾਰ, ਇੱਕ ਡਾਕਟਰ, ਇੱਕ ਫਿਲਾਸਫਰ, ਬੜੇ ਮੀਟਿੰਗ ਟਾਈਮ ਦਿੱਤਾ ਹੋਇਆ ਸੀ ਉਹਨਾਂ ਨੂੰ। ਸੀ ਵੀ ਅਸੀਂ ਤਾਂ ਪੜ੍ਹੇ ਲਿਖੇ ਹਾਂ, ਸਾਨੂੰ ਕੀ ਲੋੜ ਹੈ, ਇਹ ਨਕਸ਼ਾ ਸਾਡੇ ਕੋਲ ਅੱਜ ਕੱਲ੍ਹ ਗੱਡੀਆਂ 'ਚ ਵੀ ਲਈ ਫਿਰਦੇ। ਅੱਗੇ ਆ ਗਿਆ ਚਰਸਤੇ ਪਤਾ ਨਹੀਂ ਲੱਗੇ ਜਾਣਾ ਕਿਹਨੂੰ, ਬੋਲ ਜੇਗਾ ਉਹਨੇ ਉਹ ਮੋਹਰੇ ਟਾਈਮ ਦਿੱਤਾ, ਉਹ ਨਹੀਂ ਕਹਿਣਾ ਤੁਹਾਨੂੰ ਟਾਈਮ ਸੀ, ਪਹੁੰਚੇ ਨਹੀਂ ਟਾਈਮ ਨਾਲ, ਸਟੇਜ 'ਤੇ ਟਾਈਮ ਆ। ਉੱਥੇ ਇੱਕ ਭੇਡਾਂ ਨੂੰ ਚਾਰਨ ਵਾਲਾ ਮੁੰਡਾ, ਉਸ ਇਲਾਕੇ ਦਾ ਵਾਕਫ, ਉਹਨੂੰ ਕਹਿੰਦੇ ਲੈ ਤੈਨੂੰ ਮਜ਼ਦੂਰ ਰੱਖ ਦਿੰਦੇ ਆ, ਭੇਡਾਂ ਸਾਂਭਦਾ, ਸਾਨੂੰ ਉੱਥੇ ਪਹੁੰਚਾਇਆ, ਗੱਡੀ 'ਚ ਲੈ ਕੇ ਪਹੁੰਚਾਇਆ। ਹੁਣ ਉਹ ਭਾਵੇਂ ਕਿੰਨੇ ਪੜ੍ਹੇ ਲਿਖੇ ਸੀ, ਉਸ ਇਲਾਕੇ ਦੀ ਬਾਕਵੀ ਤੋਂ ਬਿਨਾਂ ਨਕਸ਼ੇ ਲਈ ਫਿਰਦੇ, ਪਹੁੰਚ ਨਹੀਂ ਸਕੇ। ਉਹ ਭੇਡਾਂ ਚਾਰਨ ਨਾਲ ਬੱਚਾ ਭਾਵੇਂ ਅਨਪੜ੍ਹ ਸੀ, ਉਸ ਇਲਾਕੇ ਦਾ ਵਾਕਫ ਸੀ, ਤਾਂ ਉਹ ਪਹੁੰਚਾਤਾ। ਇਸ ਤਰ੍ਹਾਂ ਜਿੰਨਾ ਚਿਰ ਕਿਸੇ ਵੀ ਰਸਤੇ ਦਾ ਕੋਈ ਭੇਤੀ ਨਹੀਂ ਮਿਲਦਾ, ਉੱਥੇ ਪੜ੍ਹਾਈ ਵੀ ਫੇਲ ਹੋ ਜਾਂਦੀ। ਹਾਂਜੀ, ਉਹ ਬੇੜੀ 'ਚ ਪਾਰ ਹੋਣਾ ਸੀ, ਉਹ 'ਚ ਵੀ ਆਮ ਬੰਦੇ ਵਿਦਵਾਨ ਬੈਠੇ, ਉਹ ਕਹਿੰਦੇ ਪੰਜਾਬੀ ਪੜ੍ਹਿਆ ਕਿ ਨਹੀਂ, ਕਹਿੰਦੇ ਤੂੰ ਤਾਂ ਦੁਆਨੀ ਦਾ ਬੰਦਾ ਨਹੀਂ, ਹਿੰਦੀ ਹੈ ਨਹੀਂ ਜੀ, ਫਾਰਸੀ ਨਹੀਂ, ਕਹਿੰਦੇ ਤੇਰਾ ਜੀਵਨ 12 ਨੇ ਨਸਬਲ, ਅੰਗਰੇਜ਼ੀ ਇਹਨਾਂ ਨਸਬਲ ਹੈ। ਉਹ ਜਿਹੜੇ ਬੇੜਾ ਲਈ ਜਾਂਦੇ ਸੀ ਨਾ, ਤੇ ਦਰਿਆ 'ਚ ਕੱਪਰ ਪੈਣ ਲੱਗ ਪਿਆ। ਕਹਿੰਦੇ ਮਹਾਰਾਜ ਤੁਸੀਂ ਤਾਂ ਪੜ੍ਹੇ ਲਿਖੇ, ਹੁਣ ਦੱਸੋ ਬੇੜੀ ਬੰਨੇ ਕਿਵੇਂ ਲੱਗੂ, ਡੁੱਬਣਾ ਜਾਈਏ। ਉਹ ਡਾਕਟਰ ਮੈਂ ਦਵਾਈ ਦੇ ਸਕਦਾ, ਇਹਦਾ ਨਹੀਂ ਪਤਾ। ਉਹ ਸੰਗੀਤਕਾਰ ਕਹੇ ਮੈਂ ਰਾਗ ਦਾ ਦੱਸ ਸਕਦਾ, ਹੈਂ ਇੰਜੀਨੀਅਰ ਕਹੇ ਵੀ ਬਿਲਡਿੰਗ ਕੋ ਕੋਠੀ ਬਣੀ ਦੱਸ ਦੂੰ ਨਕਸ਼ਾ, ਆਪੋ ਹੁਣ ਦੱਸੀਗਾ। ਹੈਂ ਕਹਿੰਦੇ ਲਓ ਫਿਰ ਮੈਂ ਦੱਸਦਾ ਕਿਵੇਂ ਲੱਗਦੀ ਪਾਰ। ਮਹਾਰਾਜ ਦਾ ਆਸਰਾ ਲੈ ਕੇ ਪੱਪੂ ਜਿਹੜੇ ਲਾਏ, ਲੈ ਗਿਆ। ਕਹਿੰਦੇ ਤੁਸੀਂ ਤਾਂ ਮੇਰਾ 12 ਨੇ ਨਿਸਫਲ ਕੀਤਾ, ਤੁਹਾਡਾ 16 ਨਹੀਂ ਨਿਸਫਲ ਹੈ ਪੜਾਕੂਆਂ ਦਾ, 16 ਨਹੀਂ, 16 ਨੇ ਨਿਸਫਲ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਅਨ ਕਾ ਪਾਪ ਕਰੇ ਨਹੀਂ ਪਾਵੇ, ਭਾਵੇਂ ਅਨੇਕਾਂ ਪਾ ਕਰ ਲੈ, ਬਿਨ ਸਤਿਗੁਰ ਸਰਨਾਈ, ਬਿਨਾਂ ਪੂਰੇ ਗੁਰੂ ਹਾਂਜੀ ਵਾਕਬ ਦੀ ਸ਼ਰਨ ਲੈ ਤੋਂ ਇਹ ਮਜਲ ਨਹੀਂ ਪ੍ਰਾਪਤ ਹੁੰਦੀ। ਹੁਣ ਅੱਜ ਕੱਲ੍ਹ ਕਈ ਕਹਿੰਦੇ ਸਿੱਧਾ ਹੀ ਡਾਇਰੈਕਟ ਹੀ ਪੌੜੀ ਲਾ ਲੈਣੀ ਹੈ, ਡਾਇਰੈਕਟ ਕਦੀ ਹੁੰਦਾ ਹਾਂਜੀ। ਬਾਤ ਪਿਤਾ ਬਿਨ ਜੈਸੇ ਬਾਲ ਨਾ ਹੋਈ, ਬਿੰਬ ਬਿਨਾ ਕਹੇ ਕੱਪੜੇ ਧੋਈ, ਜੀਰ ਬਿਨਾ ਨਾ ਬਜੇ ਰਬਾਬ। ਹੁਣ ਮਿਜਰਾਬ ਬਿਨਾ ਰਬਾਬ ਕਿਵੇਂ ਬਜੂਗੀ, ਪਾਣੀ ਬਿਨਾ ਕੱਪੜੇ ਕਿਵੇਂ ਧੋਵਾਂਗੇ, ਸਾਬਣ ਪਾਣੀ ਬਿਨਾ ਹੈ। ਇਹ ਬੱਚੇ ਆ, ਮਾਤਾ ਪਿਤਾ ਸੰਬੰਧ, ਸਾਰਾ ਸੰਸਾਰ ਦੀ ਕਿਰਿਆ ਬਣੀ ਹੋਈ ਹੈ। ਕਿਉਂ ਹਰ ਚੀਜ਼ ਦਾ ਕੋਈ ਨਾ ਕੋਈ ਰਸਤਾ। ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਵੀ ਗੁਰੂ ਉਸਤਾਦ ਦੁਆਰਾ ਇਹ ਰਾਹ ਮਿਲਦਾ ਹੈ। ਅਨ ਕੋ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਨਾਈ। ਅਨੇਕਾਂ ਪਾਪ ਢੰਗ ਰੰਗ ਜੁਗਤੀਆਂ ਕਰ ਲੈ, ਬਿਨਾਂ ਸਤਿਗੁਰੂ ਸ਼ਰਨ ਤੋਂ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜਿਹੜੀ ਉਹ ਕੁੰਜੀ ਆ ਅਗਿਆਨਤਾ ਦਾ ਜੰਦਾ ਖੋਲ੍ਹਣ ਵਾਲੀ, ਉਹ ਮਹਾਂਪੁਰਖਾਂ ਦੇ ਕੋਲ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿੰਨ ਸਾਧ ਸੰਗਤ ਲਿਵ ਲੈ। ਕਹਿੰਦੇ ਜਿਨ੍ਹਾਂ ਦੇ ਕਿਰਪਾ ਕਰਕੇ ਉਹਨਾਂ ਦੇ ਬੰਧਨ ਕੱਟਤੇ ਨਾ, ਉਹਨੇ ਸਾਧੂਆਂ ਦੀ ਸੰਗਤ ਲਿਵ ਲਾ ਲਈ। ਬਾਬਾ ਜਵਾਲਾ ਸਿੰਘ ਫੌਜ ਵਿੱਚ ਸੀਗੇ, ਉਹਨਾਂ ਦਾ ਅਰਦਲੀ ਸੀ ਈਸ਼ਰ ਸਿੰਘ। ਰੈੱਡ ਅਲਰਟ ਸੀ, ਜਰਮਨ ਦੀ ਲੜਾਈ, ਤੇ ਉਧਰ ਹੁਣ ਦਰਿਆ ਜੰਮ ਜਾਂਦੇ, ਕਾਰਾਂ ਦੀ ਰੇਸ ਹੁੰਦੀ ਹੈ ਉੱਥੇ। ਇਹ ਅੱਖੀਂ ਦੇਖੀਆਂ ਗੱਲਾਂ ਸੁਣੀਆਂ ਨਹੀਂ, ਇੰਨੇ ਸਰਦਾਰ ਜੰਮ ਜਾਂਦੇ ਨਾ ਦਰਿਆ, ਕਾਰਾਂ ਭਜਾਉਂਦੇ ਉੱਥੇ, ਰੇਸ ਹੁੰਦੀ ਹੈ, ਦੌੜ ਹੁੰਦੀ ਕਾਰਾਂ ਦੀ, ਐਨ ਜੰਮ ਜਾਂਦੇ ਦਰਿਆ, ਇੰਨਾ ਠੰਡ ਆ। ਹੁਣ ਸੰਤ ਇਸ਼ਨਾਨ ਰੋਜ਼ ਕਰਦੇ ਸੀ, ਕਹਿੰਦੇ ਵੀ ਈਸ਼ਰ ਸਿੰਘ ਲਿਆ, ਉਹ ਭੰਨ ਕੇ ਬਰਫ਼ ਵਿੱਚੋਂ ਫਿਰ ਕੱਢਣਾ, ਤੇ ਹੁਣ ਠੰਡਾ ਬਹੁਤ, ਰੈੱਡ ਅਲਰਟ, ਅੱਗ ਬਾਲਣ ਦਾ ਹੁਕਮ ਨਹੀਂ। ਉਹ ਫਿਰ ਚੋਰੀ ਆਪਣੀ ਪੱਗ ਜਿਹੜੀ ਸੀ ਬਾਲ ਕੇ, ਤੇ ਫੌਜੀਆਂ ਦੀਆਂ ਪੱਗਾਂ ਵੀ ਮੋਟੀਆਂ ਹੁੰਦੀਆਂ ਨੇ, ਉਹ ਲਿਆ ਤੇ ਸਿਰੋਂ ਨੰਗਾ, ਤੇ ਪੀਪੇ ਥੋੜ੍ਹਾ ਜਿਹਾ ਪਾਣੀ ਪਾ ਲਈਏ, ਉਹ ਪੂਰਾ ਉਬਲ ਜਾਏ ਨਾ, ਫਿਰ ਗਰਮ ਹੋ ਜਾਂਦਾ। ਜੇ ਪਹਿਲੇ ਭਰ ਕੇ ਰੱਖ ਦਿਓ ਤਾਂ ਹੁਣੇ ਕੁਛ ਨਹੀਂ, ਯੁਗਤੀ ਹੁੰਦੀ ਹੈ ਵੀ। ਉਹ ਜੇ ਲਿਆ, ਕਹਿੰਦੇ ਨੰਗੇ ਸਿਰਾਂ ਖਾਲਸਾ ਹੋ ਕੇ, ਕਹਿੰਦੇ ਮਹਾਰਾਜ ਜਾਂ ਤੁਹਾਡਾ ਹੁਣ ਨਾਲ ਲਈ ਗੱਲ ਗਰਮ ਹੁੰਦਾ, ਤੇ ਜਾਂ ਹੁਣ ਪੱਗ ਲਿਆਉਂਦਾ। ਸੰਤ ਖੁਸ਼ ਹੋ ਗਿਆ, ਇਹ ਆਪਣੀ ਇੱਜ਼ਤ ਮੇਰੇ ਲਈ ਫੂਕ ਕੇ ਲਿਆਇਆ ਹੈ,
दस्तार तो इज्जत है खालसे दी। सब सूर दस्तार फिर मारन फिर अपनी पग दी कि नंगे नहीं रहना। हम फौज च होंदा जमा करा के फिर चीज़ मिलनी है, भी पहली कित्थे गई, ये नहीं भी मैं मिल जूगी। नियम होंदे, दस्तूर होंदे, ते खुश हो गए। संतां ने अखां नाखां रलाइयां, टकता कम मजल ते भजाता। जदों संतां ने फौज छड्डती ते खून भी छड्डती। ਉਹਦੇ ਇੱਕ ਵਾਰੀ ਸਾਨੂੰ ਦਰਸ਼ਨ ਹੋਏ, ਅਸੀਂ ਸੰਤਾਂ ਕੋਲ ਪੜ੍ਹਦੇ, ਉੱਥੇ ਸਾਡੇ ਕੋਲ ਰਿਹਾ ਰਾਤ, ਸਾਈਕਲ ਦਾ ਖਾਣਾ, ਪੰਪ ਵੀ, ਪੈਂਚਰ ਦਾ ਸਮਾਨ ਵੀ ਨਾਲ ਹੀ, ਬਰਗਤ ਹੀ ਰਿਹਾ। ਉਹ ਕਿਤੇ ਨਾਭੇ ਦੀ ਭੀੜ, ਉਦੋਂ ਸਿੱਖ ਸਟੇਟਾਂ ਹੈਗੀਆਂ ਸੀ, ਉੱਥੇ ਉਹ ਭੀੜ 'ਚ ਰਹਿੰਦਾ ਸੀ। ਉਹ ਕਿਸੇ ਨੇ ਸ਼ਿਕਾਇਤ ਕਰਤੀ ਵੀ CID ਦਾ ਬੰਦਾ ਇੱਥੇ ਰਹਿ ਰਿਹਾ। ਉਹ ਰਾਜਿਆਂ ਦਾ ਇਹੋ ਹੀ ਹੁੰਦਾ, ਕਹਿੰਦੇ ਉਹਨੂੰ ਸਕੰਜਾ ਲਾ ਦਿਓ, ਜਿਵੇਂ ਉਹ ਨਲਕੇ ਦੇ ਪੈਪਾਂ ਨੂੰ ਹੁੰਦਾ ਨਾ ਸਕੰਜਾ, ਉਹ ਲਾ ਕੇ ਪੱਟਾਂ ਨੂੰ ਕਾਬਲੇ ਕਸਤੇ, ਉਹ ਸਕੰਜਾ ਲਾ ਕੇ ਜਾਣੋ ਪਰੇ ਬੈਠਾ ਹੋਵੇ, ਉਹ ਫੇਰ ਸਕੰਜਾ ਲਾਉਣ। ਫੇਰ ਉਹ ਰਾਜ ਨੂੰ ਕਹਿੰਦੇ ਮਾਰਾ ਹੁਣ ਤਾਂ ਸਕੰਜਾ ਲੱਗਦਾ ਹੀ ਨਹੀਂ, ਕਹਿੰਦੇ ਝੂਠ ਬੋਲਦੇ ਆ, ਕਹਿੰਦੇ ਉਹਦਾ ਬੜਾ ਜਾਦੂਗਰ ਆ। ਰਾਜਾ ਕਹਿੰਦਾ ਲਾਓ। ਉਹ ਸੰਤ ਕਹਿੰਦੇ ਸਾਨੂੰ ਤਾਂ ਲੱਗਣਾ ਨਹੀਂ, ਤੈਨੂੰ ਹੀ ਲੱਗ ਜਾਣਾ, ਸਾਨੂੰ ਨਹੀਂ ਲੱਗਣਾ ਹੈ। ਸਾਡਾ ਤਾਂ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਤੇਰਾ ਅਤੇ ਰੰਗੇ ਕਿ ਨਾਨਕ ਗੂੜਾ ਰੰਗ, ਪਾਹੇ ਘਾਟੇ ਮਿਟੇਗਾ ਪਤੇ ਪੇ ਮਨਜੀਤ, ਨਾਨਕ ਗੁਰ ਤੇ ਤਿਤ ਪਈ ਫਿਰਨ ਮਿਟਿਆ ਨਿਤ ਨੀਤ। ਕਹਿੰਦੇ ਸਾਨੂੰ ਨਹੀਂ ਲੱਗਣੇ, ਤੈਨੂੰ ਲੱਗ ਜਾਣਾ। ਉਹ ਫਿਰ ਜਦੋਂ ਇਹ ਰਾਜਾ ਜਲਾਵਤਨ ਕੀਤਾ, ਇਹਦੇ ਪਿੱਛੇ ਫਿਰ ਮੋਰਚਾ ਲਗਾਇਆ ਨਾ ਜੈਤੋਂ, ਕਹਿੰਦੇ ਤੈਨੂੰ ਲੱਗ ਜਾਣੇ ਸਕੰਜੇ, ਸੰਤਾਂ ਨੂੰ ਲਾਉਣ ਡਿਆ, ਸਾਨੂੰ ਨਹੀਂ ਲੱਗਣਾ। ਵਜਨ ਕੱਢ ਦਿੱਤਾ। ਸੋ ਇਸ ਵਾਸਤੇ ਉਹ ਜਿਹੜੇ ਕਹਿੰਦੇ ਜਿਨ ਕੇ ਬੰਧਨ ਕਾਟੇ ਸਤਿਗੁਰ, ਜਿਨ੍ਹਾਂ ਦੇ ਸਤਿਗੁਰੂ ਨੇ ਬੰਧਨ ਕੱਟਤੇ, ਤੇ ਦੁਨੀਆ ਦੀ ਕਿਹੜੀ ਸ਼ਕਤੀ ਜਿਹੜੀ ਉਹਨਾਂ ਨੂੰ ਬੰਨਣ 'ਚ ਪਾ ਲੈ ਗਈ। ਤਿੰਨ ਸਾਧ ਸੰਗਤ ਲਿਵ ਲਾਈ, ਕਿਉਂਕਿ ਉਹਨਾਂ ਨੇ ਸਾਧੂਆਂ ਦੀ ਸੰਗਤ ਕਰਕੇ ਉਸ ਮਾਲਕ ਦੇ ਨਾਲ ਆਪਣੀ ਲਿਵ ਲਾਈ ਹੋਈ ਹੈ, ਲਿਵ ਜੋੜੀ ਹੋਈ ਹੈ। ਹੁਣ ਬਾਬਾ ਮਹਾਰਾਜ ਸਿੰਘ ਸਿੰਘਾਪੁਰੀ ਜੇਲ੍ਹ ਸੀ, ਕਹਿੰਦੇ ਤੂੰ ਖਾਲਸੇ ਰਾਏ ਸੁਪਨੇ ਲੈਂਦਾ, ਹੁਣ ਤਾਂ ਸਾਡੀ ਜੇਲ੍ਹ 'ਚ ਆ। ਕਹਿੰਦੇ ਅਸੀਂ ਤਾਂ ਤੁਹਾਡਾ ਤਪ ਨਾਸ ਕਰਨ ਲਈ ਬੈਠੇ ਹਾਂ, ਸਾਡੇ ਲਈ ਨਹੀਂ ਕੋਈ ਜੇਲ੍ਹ ਬਣੀ। ਕਹਿੰਦੇ ਹੁਣ ਜੇਲ੍ਹ ਸਿੱਖਾਂ ਅੰਦਰ ਆ। ਕਹਿੰਦੇ ਸਵੇਰੇ ਇੰਨੇ ਵਜੇ ਆ ਜਾਓ ਦਰਿਆ ਤੇ, ਜਿਲੇ ਗਿਆ ਤੇ ਸੰਤ ਨਹਾ ਕੇ ਉੱਥੇ ਕਸ਼ਹਿਰਾਂ ਨੂੰ ਚੋੜਨ, ਕਸ਼ਹਿਰਾਂ ਨੂੰ ਚੋੜਨ। ਮਹਾਰਾਜ ਨੌਵੇਂ ਪਾਤਸ਼ਾਹ ਹੈਂ ਬਾਹਰ ਜਮਨਾ ਤੇ ਨਹਾਇਆ ਕਰਨ। ਉਹ ਕਹਿੰਦੇ ਉੱਥੇ ਪਹਿਰੇ ਲਿਆਓ, ਤੇ ਕਾਜੀ ਕਹਿੰਦਾ ਮੈਂ ਦੇਖਿਆ ਉੱਥੇ ਨਹਾਉਂਦੇ ਸੀ, ਫਲਾਣੇ ਤੇ ਰੋਟੀ ਖਾਂਦੇ ਸੀ, ਲੰਗਰ ਛਕਦੇ ਸੀ। ਮਹਾਰਾਜ ਨੂੰ ਕੌਣ ਕਰ ਸਕਦਾ, ਉਹ ਤਾਂ ਉਹਨਾਂ ਦੇ ਚੋਜ ਹੈਗੇ ਆ। ਸੋ ਇਸ ਵਾਸਤੇ ਕਹਿੰਦੇ ਤਿੰਨ ਸਾਧ ਸੰਗਤ ਲਿਵ ਲਾਈ, ਉਹਨੇ ਸਾਧ ਸੰਗਤ ਵਿੱਚ ਆਪਣੀ ਲਿਵ ਬਿਰਤੀ ਲਾਈ ਹੋਈ, ਜੋੜੀ ਹੋਈ ਹੈ। ਪੰਜ ਜਨਾਂ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਈ। ਮਹਾਰਾਜ ਕਹਿੰਦੇ ਆ ਉਹਨੇ ਸੰਤ ਜਨਾਂ ਨਾਲ ਮਿਲ ਕੇ, ਪੰਜ ਜਨ ਕੌਣ, ਜਿਹੜੇ ਸ੍ਰੇਸ਼ਟ ਮਹਾਂਪੁਰਸ਼, ਉਹਨਾਂ ਨਾਲ ਮਿਲ ਕੇ ਮੰਗਲ ਪਰਮਾਤਮਾ ਦਾ ਜਸ ਗੀਤ ਗਾਇਆ, ਹਰ ਨਾਨਕ ਭੇਦ ਨਾ ਪਾਏ। ਕਹਿੰਦੇ ਜਿਹੜੇ ਉਹਦਾ ਜਸ ਕਰਨ ਵਾਲੇ ਆ, ਉਹਨਾਂ ਮਹਾਂਪੁਰਖਾਂ ਦਾ ਤੇ ਰੱਬ ਦਾ ਆਪਸ ਵਿੱਚ ਕੋਈ ਭੇਦ ਨਹੀਂ, ਉਹਦਾ ਹੀ ਸਰੂਪ ਹੋ ਜਾਂਦੇ ਹੋ। कबीर तू तू करता तू हुआ, मुझ में रहा न हूँ, जब आपा पर का मिट गया, जत देखा तत तू। जिधर देखो उधर ही। ਇੱਥੇ ਜੀਵਨ ਸਿੰਘ ਸੀ ਨਾ, ਸਤਲੁਜ ਗੱਡੀਆਂ ਬਣਾਉਂਦੇ ਸੀ, ਬਾੜੀਆਂ, ਤੇ ਸੰਤ ਹਰਗੋਬਿੰਦ ਪ੍ਰੇਮੀ ਸੀ। ਉੱਥੇ ਹਰਗੋਬਿੰਦਪੁਰ ਚਲ ਗਿਆ। ਕਹਿੰਦੇ ਵੀ ਜੀਵਨ ਸਿੰਘ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਦਰਸ਼ਨ ਕੀਤੇ ਆ। ਕਹਿੰਦੇ ਮਹਾਰਾਜ ਕੀਤੇ ਅਸੀਂ ਤੁਸੀਂ ਕਰਾ ਸਕਦੇ ਆ। ਕਹਿੰਦੇ ਅੱਖਾਂ ਖੋਲ੍ਹ ਤੇ ਮੀਟ, ਤੇ ਸੰਤ ਉਹੀ ਰੂਪ ਧਾਰ ਕੇ ਸਾਹਮਣੇ ਖੜੇ, ਉਹੀ ਰੂਪ ਧਾਰ ਕੇ ਖੜ ਗਿਆ ਛੇਵੇਂ ਪਾਤਸ਼ਾਹ ਦਾ। ਕਿਉਂਕਿ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹਨਾਂ ਦਾ ਤੇ ਉਹਨਾਂ ਦਾ ਕੋਈ ਭੇਦ ਰਹਿੰਦਾ ਹੀ ਨਹੀਂ। ਸੋ ਇਸ ਵਾਸਤੇ ਪੰਜ ਜਨਾਂ ਬਿਲ ਮੰਗਲ ਗਾਇਆ, ਪੰਜ ਗੜੇ ਸ੍ਰੇਸ਼ਟ ਮਹਾਂਪੁਰਖ, ਉਹਨਾਂ ਨੇ ਮਿਲ ਕੇ ਪਰਮਾਤਮਾ ਦਾ ਮੰਗਲ ਗੀਤ ਗਾਇਆ, ਹਰ ਨਾਨਕ ਭੇਦ ਨਾ ਪਾਏ। ਕਹਿੰਦੇ ਹਰੀ ਗੁਰੂ ਨਾਨਕ, ਉਹਨਾਂ ਮਹਾਂਪੁਰਸ਼ਾਂ ਦਾ ਆਪਸ ਵਿੱਚ ਕੋਈ ਭੇਦ ਅੰਤਰ ਨਹੀਂ ਰਹਿੰਦਾ, ਉਹ ਉਹਦਾ ਹੀ ਰੂਪ ਬਣ ਜਾਂਦੇ ਹਨ। ਮੇਰੇ ਰਾਮ ਰਾਏ ਇਨ ਬਿਦ ਮਿਲਿਆ ਗਸਾਈ। ਪ੍ਰਸ਼ਨ ਕੀਤਾ ਸੀ ਕਿ ਰਾਮ ਰਾਏ ਉਹ ਕਿਵੇਂ ਮਿਲਦਾ, ਹੁਣ ਉੱਤਰ ਦਿੱਤਾ ਮੇਰੇ ਰਾਮ ਰਾਏ ਇਨ ਬਿਦ ਮਿਲਿਆ ਗਸਾਈ। ਆਹ ਜਿਹੜੀਆਂ ਜੁਗਤੀਆਂ ਕਹਿੰਦੇ ਵਿੱਚ ਦਸੀਆਂ ਨਾ, ਇਹਨਾਂ ਦੁਆਰਾ ਨਾਮ ਜਪੋਗੇ ਤੁਹਾਨੂੰ ਮਿਲ ਜੂਗਾ। ਜੁਗਤੀ ਨਾਲ ਮੁਕਤੀ ਹੁੰਦੀ ਹੈ।
मेरे राम राय इन विध मिले गोसाई, हे मेरे राम राय वो परमात्मा गोसाई जड़ा इस विधि ना मिलता है। सहज भया भ्रम खिनਵੇਂ ਨਾਠਾ, ਜਦੋਂ ਕਹਿੰਦੇ ਅੰਦਰ ਆਤਮਾ ਦਾ ਗਿਆਨ ਹੋ ਗਿਆ, ਸਹਿਜ ਸ਼ਾਂਤੀ ਆ ਗਈ, ਉਹ ਜਿਹੜਾ ਭਰਮ ਸਦੀਆਂ ਦਾ ਇਹਦੇ ਦੁਆਲੇ ਚਿੰਬੜਿਆ ਸੀ ਨਾ, ਭਰਮ ਰੂਪੀ ਭੂਤਨਾ, ਉਹ ਕਹਿੰਦੇ ਖਿੰਨ ਵਿੱਚ ਇਹ ਨੱਠ ਗਿਆ, ਭੱਜ ਗਿਆ ਪਵਾੜਾ। ਜਿਵੇਂ ਦੀਵਾ ਬਲਦਾ ਹਨੇਰਾ ਦੌੜ ਜਾਂਦਾ ਨਾ, ਦੀਵਾ ਵੇਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਗਾ, ਹਜ਼ਾਰਾਂ ਸਾਲਾਂ ਦਾ ਹਨੇਰਾ ਕੈਦ ਕੀਤਾ, ਦੀਵਾ ਵੇਲੇ ਨਹੀਂ ਤਾਂ ਭੱਜਾ ਨਹੀਂ। ਜਦੋਂ ਅੰਦਰ ਆਤਮਾ ਦਾ ਗਿਆਨ ਹੋ ਗਿਆ, ਸਭ ਭਰਮ ਭੂਤਨੇ ਭੱਜ ਜਾਂਦੇ। ਖਿੰਨ ਮੈਂ ਇੱਕ ਖਿੰਨ 'ਚ ਨਾਠਾ ਨੱਠ ਗਿਆ, ਮਿਲ ਜੋਤੀ ਜੋਤ ਸਮਾਈ। ਕਹਿੰਦੇ ਜੋਤ ਰੂਪੀ ਪਰਮਾਤਮਾ ਨਾਲ ਮਿਲ ਕੇ ਉਹਦੀ ਜੋਤ ਉਹਦੇ ਵਿੱਚ ਸਮਾ ਜਾਂਦੀ ਹੈ। ਜਿਹੜੇ ਬਾਬਾ ਨਿਧਾਨ ਸਿੰਘ ਅੰਤ ਸਮਾਂ ਆਇਆ ਤੇ ਬਾਬਾ ਹਰਨਾਮ ਸਿੰਘ ਨੂੰ ਬੁਲਾਇਆ, ਫੜ ਕੇ ਹੱਥ 'ਤੇ ਰੱਖ ਲਿਆ, ਕਹਿੰਦੇ ਲੈ ਦੇਤਾ ਤੈਨੂੰ ਸਭ ਕੁਝ। ਉਸ ਵੇਲੇ ਆਕਾਸ਼ ਤੋਂ ਨਾ ਚਿੱਟੀ ਲਾਈਟ ਆਈ ਤੇ ਬਾਬਾ ਜੀ ਦੇ ਚਿਹਰੇ ਤੇ ਪੈ ਰਹੀ ਹੈ। ਬਾਬਾ ਨਿਧਾਨ ਸਿੰਘ ਉਹਨਾਂ ਦੀ ਆਤਮਾ ਉਸ ਲਾਈਟ 'ਚ ਮਿਲ ਕੇ ਆਕਾਸ਼ ਮੰਡਲ ਨੂੰ ਚਲ ਗਈ। ਲਾਈਟ ਆਈ ਆਕਾਸ਼ ਤੋਂ ਐਂ ਚਿਹਰੇ ਦੇ ਉੱਤੇ, ਜਿਹੜੀ ਆਤਮਾ ਸੀ ਉਸ ਲਾਈਟ 'ਚ ਅਭੇਦ ਹੋ ਕੇ ਚਲੇ ਗਈ। ਇਹਨੂੰ ਕਹਿੰਦੇ ਜਿਉਂ ਜਲ ਮੰਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕਰਵਾਨ। सूरज किरण मिले जल का जल हुआ राम, ज्योति ज्योत रली संपूरा थी आराम। देखिए संगतां ने अखां ना एवं जोत ना जोत रलती है, जोत एवं रलती है क्योंकि वो उसकी बंदगी करके जोत स्वरूप बन गया, ਉਹਦਾ ਹੀ रूप हो जाते। इस कर कहते सहज पाया, ਜਦੋਂ ਗਿਆਨ ਹੋ ਗਿਆ ਭਰਮ ਖਿਨਵੇਂ ਨਾਠਾ, ਉਹ ਭਰਮ ਰੂਪੀ ਹਨੇਰਾ ਜਿਹੜਾ ਸੀ ਖਿਨ 'ਚ ਦੂਰ ਹੋ ਗਿਆ। ਜਿਹੜੇ ਗਿਆਨ ਦਾ ਪ੍ਰਕਾਸ਼ ਹੋਇਆ, ਮਿਲ ਜੋਤੀ ਜੋਤ ਸਮਾ, ਜਿਹੜੀ ਜੋਤੀ ਆਤਮਾ ਸੀ ਜੋਤ ਰੂਪੀ ਪਰਮਾਤਮਾ 'ਚ ਸਮਾ ਗਈ। ਤੇ ਗੁਰੂਆਂ ਨੂੰ ਕਦੀ ਕਿਹਾ ਵੀ ਸਰੀਰ ਛੱਡ ਗਏ ਜੇ ਸੁਰਗਵਾਸ ਹੋ ਗਏ, ਇਹ ਕਹਿੰਦਾ ਗੁਰੂ ਸਭ ਜੋਤੀ ਜੋਤ ਸਮਾ ਗਏ। ਆਮ ਬੰਦਾ ਹੁੰਦਾ ਮਰ ਗਿਆ, ਡੈਥ ਹੋ ਗਈ, ਅਕਾਲ ਚਲਾਣਾ ਕਰ ਗਿਆ, ਜਾਂ ਬਹੁਤਾ ਕਹਿ ਦਿਆਂਗੇ ਪੂਰਾ ਹੋ ਗਿਆ, ਸਵਰਗਵਾਸੀ ਹੋ ਗਿਆ, ਆਹੀ ਅੱਖਰ ਵਰਤਦੇ ਨਾ। ਤੇ ਮਹਾਰਾਜ ਨੂੰ ਆਪਾਂ ਸੱਚੇ ਪਾਤਸ਼ਾਹ ਨੂੰ ਜੋਤੀ ਜੋਤ ਸਮਾ ਗਏ, ਕਿਉਂਕਿ ਜੋਤ ਉਹਨਾਂ ਦੀ ਜੋਤ ਰੂਪੀ ਪਰਮਾਤਮਾ 'ਚ ਸਮਾ ਜਾਂਦੀ। ਉਹ ਜੰਮਣ ਮਰਨ 'ਚ ਨਹੀਂ ਆਉਂਦੇ, ਦੁਨੀਆ ਭਲੇ ਲਈ ਆਉਂਦੇ ਆ, ਲੀਲਾ ਕਰਦੇ ਆ, ਆਪਣੀ ਮੌਜ 'ਚ ਰਹਿੰਦੇ, ਮੌਜ 'ਚ ਰਹਿ ਜਾਂਦੇ ਆ। ਬਹੁਤੇ ਕਰਕੇ ਰਹਾਓ ਦੂਜਾ, ਇਹ ਸ਼ਬਦ ਵਿੱਚ ਦੋ ਰਹਾਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਮਹਾਨ ਕਿਰਪਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।